ਜ਼ੀਰਾ ਦੇ ਵਿੱਚ ਧਰਨਾ ਚੁੱਕੇ ਜਾਣ ਦੀ ਸੀਐਮ ਮਾਨ ਨੇ ਜਤਾਈ ਉਮੀਦ। ਸ਼ਾਮ 6 ਵਜੇ ਪ੍ਰਦਰਸ਼ਨਕਾਰੀਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਖੁਦ ਕਰਨਗੇ ਮੀਟਿੰਗ। ਪਰ ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ, ਬੋਲੇ ਫੈਕਟਰੀ ਬੰਦ ਹੋਣ ਤੱਕ ਜਾਰੀ ਰਹੇਗਾ ਮੋਰਚਾ। ਝਾਰਖੰਡ ਦੇ ਵਿੱਚ ਮੁੜ ਸ਼ੁਰੂ ਹੋਈ ਹੈ ਪੰਜਾਬ ਦੀ ਕੋਲ ਖਾਨ। ਮੁੱਖ ਮੰਤਰੀ ਮਾਨ ਬੋਲੇ, ਹਰ ਸਾਲ ਪੰਜਾਬ ਨੂੰ 1500 ਕਰੋੜ ਤੇ ਪੀਐਸਪੀਸੀਐਲ ਨੂੰ 600 ਕਰੋੜ ਦਾ ਹੋਵੇਗਾ ਫਾਇਦਾ। ਬਿਜਲੀ ਸਮਝੌਤਿਆਂ ਦੀ ਵੀ ਕੀਤੀ ਜਾ ਰਹੀ ਹੈ ਸਮੀਖਿਆ। ਲੰਡਾ ਹਰੀਕੇ ਨੇ ਆਈਐਸਆਈ ਦੇ ਇਸ਼ਾਰੇ ਦੇ ਉੱਤੇ ਕਰਵਾਇਆ ਸੀ ਤਰਨਤਾਰਨ ਆਰਪੀਜੀ ਅਟੈਕ। ਗੋਇੰਦਵਾਲ ਜੇਲ੍ਹ ਤੋਂ ਰਚੀ ਗਈ ਸੀ ਪੂਰੀ ਸਾਜ਼ਿਸ਼। ਗ੍ਰੇਨੇਡ ਦਾਗਣ ਵਾਲੇ 2 ਨਾਬਾਲਗਾਂ ਸਣੇ 7 ਮੁਲਜ਼ਮ ਗ੍ਰਿਫਤਾਰ। ਮੁਲਜ਼ਮਾਂ ਨੇ 8 ਦਿਨ ਆਪਣੇ ਕੋਲ ਰੱਖਿਆ ਸੀ ਆਰਪੀਜੀ। 1 ਦਸੰਬਰ ਨੂੰ ਹੀ ਕਰ ਦਿੱਤਾ ਗਿਆ ਸੀ ਸਪਲਾਈ। ਦੋਵੇਂ ਨਾਬਾਲਗਾਂ ਨੂੰ ਮਿਲੇ ਸਨ 8.5 ਲੱਖ ਰੁਪਏ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਸ਼ੁਰੂਆਤ ਅੱਜ ਤਰਨਤਾਰਨ ਤੋਂ ਕਰਨ ਜਾ ਰਹੇ ਹਾਂ। ਯਾਦ ਹੋਏਗਾ ਤੁਹਾਨੂੰ ਆਰਪੀਜੀ ਅਟੈਕ ਥਾਣੇ ਦੇ ਵਿੱਚ ਹੋਇਆ। ਹਾਲਾਂਕਿ ਉੱਥੇ ਫਟਿਆ ਨਹੀਂ ਆਰਪੀਜੀ ਜੋ ਲਾਂਚ ਕੀਤਾ ਗਿਆ ਸੀ, ਪਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਹੁਣ ਵੱਡੇ ਖੁਲਾਸੇ ਜ਼ਰੂਰ ਕਰ ਰਹੀ ਹੈ। ਤਰਨਤਾਰਨ ਦੇ ਵਿੱਚ ਹੋਏ ਆਰਪੀਜੀ ਅਟੈਕ ਮਾਮਲੇ 'ਚ ਕੈਨੇਡਾ 'ਚ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ ਸਾਹਮਣੇ ਆਇਆ। ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਪਾਕ ਖੁਫੀਆ ਏਜੰਸੀ ਆਈਐਸਆਈ ਦੇ ਕਹਿਣ ਦੇ ਉੱਤੇ ਹੀ ਗੈਂਗਸਟਰ ਲੰਡਾ ਨੇ ਇਹ ਅਟੈਕ ਕਰਵਾਇਆ ਸੀ। ਸਰਹਾਲੀ ਥਾਣੇ ਦੇ ਉੱਤੇ ਆਰਪੀਜੀ ਅਟੈਕ ਮਾਮਲੇ 'ਚ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੇ ਵਿੱਚੋਂ 2 ਤਾਂ ਨਾਬਾਲਗ ਨੇ। ਟੋਟਲ 6 ਗ੍ਰਿਫਤਾਰੀਆਂ ਹੁਣ ਤੱਕ ਹੋਈਆਂ ਤੇ ਇੱਕ ਸ਼ਖਸ ਜਿਹੜਾ ਜੇਲ੍ਹ ਦੇ ਵਿੱਚ ਸੀਗਾ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੋਂ ਲਿਆਂਦਾ ਗਿਆ। ਇਨੀਸ਼ੀਅਲ ਫੋਰੈਂਸਿਕ ਇਨਵੈਸਟੀਗੇਸ਼ਨ ਦੇ ਵਿੱਚ ਸੋਵੀਅਤ ਏਰਾ ਦਾ 70 mm ਕੈਲੀਬਰ ਆਰਪੀਜੀ 26 ਵਰਤਿਆ ਗਿਆ ਸੀਗਾ, ਸਿੰਗਲ ਯੂਜ਼ ਸੀਗਾ। ਇਸ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਾਰੇ ਮੁਲਜ਼ਮ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ। ਸਾਜ਼ਿਸ਼ ਦੇ ਮਾਸਟਰਮਾਈਂਡ ਲਖਬੀਰ ਸਿੰਘ ਲੰਡਾ ਨੇ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਲ ਦੇ ਉੱਤੇ ਵੱਖ-ਵੱਖ ਦਿਸ਼ਾ ਨਿਰਦੇਸ਼ ਦਿੱਤੇ। ਅਟੈਕ ਦੇ ਲਈ ਉਹਨਾਂ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ। ਸਿਰਫ ਇੰਟਰਨੈਟ ਤੋਂ ਇੰਸਟਰਕਸ਼ਨ ਵੀਡੀਓ ਦਿਖਾ ਕੇ ਟਾਰਗੇਟ ਦੇ ਕੇ ਅਟੈਕ ਦੇ ਲਈ ਭੇਜ ਦਿੱਤਾ ਗਿਆ। ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਹੈ ਕਿ ਕੈਨੇਡਾ ਬੇਸਡ ਲਖਬੀਰ ਸਿੰਘ ਲੰਡਾ ਹਰੀਕੇ ਤੇ ਯੂਰਪ ਦੇ ਵਿੱਚ ਉਹਦੇ 2 ਹੈਂਡਲਰ ਸਤਵੀਰ ਸਿੰਘ ਸੱਤਾ ਨੌਸ਼ੇਰਾ ਪਨਵਾਦਾ ਤੇ ਗੁਰਦੇਵ ਸਿੰਘ ਜੱਸਲ ਚੰਬਲ ਪਿੰਡ ਸਰਹਾਲੀ ਦਾ ਇਹ ਮਾਸਟਰਮਾਈਂਡ ਸੀਗੇ। ਦੇयर इज नो ਫਿਜ਼ੀਕਲ ਟ੍ਰੇਨਿੰਗ, ਕੋਈ ਟ੍ਰੇਨਿੰਗ ਕੈਂਪ ਨਹੀਂ ਸੀਗਾ, ਬਟ ਇਹਨਾਂ ਨੂੰ ਇੰਸਟਰਕਸ਼ਨਲ ਵੀਡੀਓ ਦੇ ਉੱਤੇ ਵੀਡੀਓ ਕਾਲ ਤੇ ਬਰੀਫਿੰਗ ਇਹਨਾਂ ਦੀ ਹੋਈ। ਇਸ ਮਾਮਲੇ 'ਚ ਪੁਲਿਸ ਨੇ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਸੀਸੀਟੀਵੀ ਕੈਮਰੇ ਦੀ ਸਟੱਡੀ ਕੀਤੀ, ਜਿਸ ਦੇ ਨਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਵਿੱਚ ਮਦਦ ਮਿਲੀ। ਤਾਂ ਡੀਜੀਪੀ ਦੇ ਵੱਲੋਂ ਬਹੁਤ ਅਹਿਮ ਖੁਲਾਸਾ ਕੀਤਾ ਗਿਆ ਕਿ ਟ੍ਰੇਨਿੰਗ ਕਿਸ ਤਰੀਕੇ ਦੇ ਨਾਲ ਹੋਈ। ਟ੍ਰੇਨਿੰਗ ਵੀਡੀਓ ਦੇ ਜ਼ਰੀਏ ਹੀ ਕਰਵਾ ਦਿੱਤੀ ਗਈ। YouTube ਤੇ ਵੀਡੀਓ ਜਿਹੜੀਆਂ ਅਵੇਲੇਬਲ ਨੇ ਉਹ ਡਾਊਨਲੋਡ ਕਰਵਾ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਇਹ ਟ੍ਰੇਨਿੰਗ ਦਿੱਤੀ ਗਈ ਤੇ ਹਮਲਾ ਕਰ ਦਿੱਤਾ ਗਿਆ। 9 ਦਸੰਬਰ ਦੀ ਰਾਤ ਨੂੰ ਹੋਏ ਇਸ ਹਮਲੇ ਦੇ ਲਈ 1 ਦਸੰਬਰ ਨੂੰ ਹੀ ਆਰਪੀਜੀ ਦੀ ਕੰਸਾਈਨਮੈਂਟ ਤਰਨਤਾਰਨ ਦੇ ਪਿੰਡ ਬਹਿਰਾਲਾ ਪਹੁੰਚ ਚੁੱਕੀ ਸੀ। ਪਾਕਿਸਤਾਨ ਤੋਂ ਆਏ ਇਸ ਕੰਸਾਈਨਮੈਂਟ ਨੂੰ ਮੁਲਜ਼ਮ ਗੋਪੀ ਅਤੇ ਜੋਬਨ ਨੇ ਰਿਸੀਵ ਕਰਕੇ ਅੱਗੇ ਬਾਕੀ ਦੇ ਮੁਲਜ਼ਮਾਂ ਨੂੰ ਦੱਸਿਆ ਕਿ ਕਿਹੜੇ ਪਿੰਡ ਦੇ ਵਿੱਚ ਜਾ ਕੇ ਇਸ ਨੂੰ ਦੱਬਣਾ ਹੈ। ਮਾਮਲੇ 'ਚ ਚੋਲਾ ਸਾਹਿਬ ਦੇ 2 ਹੋਰ ਮੁਲਜ਼ਮਾਂ ਦੀ ਪਛਾਣ ਹੋਈ, ਪਰ ਉਹਨਾਂ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਹਨਾਂ ਮੁਲਜ਼ਮਾਂ ਨੇ ਕੰਸਾਈਨਮੈਂਟ 8 ਦਿਨ ਆਪਣੇ ਕੋਲ ਰੱਖਿਆ ਸੀ। ਚੋਲਾ ਸਾਹਿਬ ਪਿੰਡ ਦਾ ਹੈਗਾ ਗੁਰਲਾਲ ਸਿੰਘ ਲਾਲੀ, ਠਟਿਆ ਮਹੰਤਾ ਪੀਐਸ ਸਰਹਾਲੀ। 2 ਜੁਵੇਨਾਈਲਸ ਹੈਗੇ ਜੀ ਜਿਨ੍ਹਾਂ ਦੇ ਨਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਜਿਨ੍ਹਾਂ ਨੇ ਐਕਚੁਅਲ ਅਟੈਕ ਕੈਰੀ ਔਨ ਕੀਤਾ ਸੀਗਾ। ਤੇ ਜੋਬਨਪ੍ਰੀਤ ਸਿੰਘ ਜੋਬਨ, ਇਹ ਵੀ ਨੌਸ਼ੇਰਾ ਪਨਵਾ ਦਾ। ਤੋਂ ਇਹ 4 ਜਿਹੜੇ ਮੋਡਿਊਲ ਮੈਂਬਰਸ ਹੈਗੇ। ਇਸ ਤੋਂ ਬਾਅਦ ਤਰਨਤਾਰਨ ਦੇ 2 ਨਾਬਾਲਗਾਂ ਨੂੰ ਅਰੈਸਟ ਕੀਤਾ ਗਿਆ। ਦੋਵੇਂ ਮੁਲਜ਼ਮ ਹਮਲਾਵਰ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ। ਇਹਨਾਂ ਨੂੰ ਵੱਖ-ਵੱਖ ਹੈਂਡਲਰਸ ਨੇ ਇਕੱਠਾ ਕੀਤਾ, ਫਿਰ ਇੰਟਰਨੈਟ ਤੋਂ ਇੰਸਟਰਕਸ਼ਨ ਵੀਡੀਓ ਡਾਊਨਲੋਡ ਕਰਵਾ ਕੇ ਮਾਸਟਰਮਾਈਂਡ ਲੰਡਾ ਨੇ ਇਹਨਾਂ ਨੂੰ ਗਾਈਡ ਕਰਕੇ ਟਾਰਗੇਟ ਦੇ ਬਾਰੇ ਵਿੱਚ ਦੱਸਿਆ। ਇਸ ਤੋਂ ਬਾਅਦ ਮੁਲਜ਼ਮ ਮੋਟਰਸਾਈਕਲ ਨਾਲ ਹਮਲਾ ਕਰਨ ਪਹੁੰਚੇ ਸਨ। ਮੌਕੇ ਤੋਂ ਆਰਪੀਜੀ ਬਰਾਮਦ ਕਰ ਲਿਆ ਗਿਆ ਸੀ ਅਤੇ ਬਾਅਦ ਦੇ ਵਿੱਚ ਵਾਰਦਾਤ 'ਚ ਇਸਤੇਮਾਲ ਬਾਈਕ ਵੀ ਰਿਕਵਰ ਕੀਤੀ ਗਈ। 1/12 ਨੂੰ 1 ਦਸੰਬਰ ਨੂੰ ਜਿਹੜੀ ਕੰਸਾਈਨਮੈਂਟ ਜਿਹੜੀ ਆਰਪੀਜੀ ਦੀ ਆਈ ਸੀ ਹੈ ਬਰਹਾਨਾ ਪਿੰਡ ਹੈਗਾ ਤਰਨਤਾਰਨ ਦੇ ਵਿੱਚ। ਉਹਦੀ ਗੋਪੀ ਤੇ ਜੋਬਨ ਨੇ ਰਿਟਰੀਵ ਕੀਤੀ ਸੀ। ਰਿਟਰੀਵ ਕਰਕੇ ਇਹਨਾਂ ਨੇ ਅੱਗੇ ਇਹਨਾਂ ਨੂੰ ਦੱਸਤਾ ਕਿ ਤੁਸੀਂ ਫਲਾ ਪਿੰਡ ਜਾ ਕੇ ਉਹਨੂੰ ਲੱਭ ਦਿਓ। तो एक दूजा ये दो मुलजिम होर सिगर हुए हैं।
ਹਮਲੇ 'ਚ ਆਰਪੀਜੀ ਦਾ ਇਸਤੇਮਾਲ ਕੀਤਾ ਗਿਆ, ਪਰ ਸੁੱਟੇ ਗਏ ਗ੍ਰੇਨੇਡ ਦੇ ਨਾ ਫੁੱਟਣ ਦੀ ਵਜ੍ਹਾ ਦੇ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਸੀ। ਤਾਂ ਨੁਕਸਾਨ ਹੋਣ ਤੋਂ ਬਚਾ ਹੋਇਆ, ਪਰ ਦੂਜੇ ਪਾਸੇ 8 ਦਿਨ ਪਹਿਲਾਂ ਹੀ ਇਹ ਆਰਪੀਜੀ ਦੀ ਕੰਸਾਈਨਮੈਂਟ ਪਹੁੰਚ ਚੁੱਕੀ ਸੀ। ਇਹ ਵੀ ਬਹੁਤ ਵੱਡਾ ਖੁਲਾਸਾ ਤੁਸੀਂ ਕਹਿ ਸਕਦੇ ਹੋ। 8 ਦਿਨ ਤੱਕ ਉਸ ਨੂੰ ਰੱਖਿਆ ਗਿਆ ਤਰਨਤਾਰਨ ਦੇ ਵਿੱਚ, ਪਰ ਪ੍ਰਸ਼ਾਸਨ ਪੁਲਿਸ ਨੂੰ ਨਹੀਂ ਪਤਾ ਲੱਗ ਸਕਿਆ। ਉਧਰ ਆਰਪੀਜੀ ਦੀ ਕੰਸਾਈਨਮੈਂਟ ਦੇ ਇਲਾਵਾ ਗ੍ਰਿਫਤਾਰ ਮੁਲਜ਼ਮਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ। ਮੁਲਜ਼ਮ ਗੁਰਲਾਲ ਤੋਂ 32 ਬੋਰ ਦੇ ਪਿਸਟਲ ਅਤੇ 15 ਜ਼ਿੰਦਾ ਕਾਰਤੂਸ ਮਿਲੇ। ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ ਤੋਂ ਹੈਂਡ ਗ੍ਰੇਨੇਡ P86 ਬਰਾਮਦ ਹੋਇਆ। ਮੁਲਜ਼ਮ ਜੋਬਨਪ੍ਰੀਤ ਅਤੇ ਗੁਰਲਾਲ ਲਾਲੀ ਤੋਂ 30 ਬੋਰ ਦੀ ਪਿਸਟਲ ਸਣੇ 35 ਜ਼ਿੰਦਾ ਕਾਰਤੂਸ ਮਿਲੇ। ਨਾਬਾਲਗ ਦੇ ਕਬਜ਼ੇ ਤੋਂ ਇੱਕ 32 ਬੋਰ ਦਾ ਪਿਸਟਲ ਤੇ 15 ਕਾਰਤੂਸ ਮਿਲੇ ਨੇ। ਜਿਹੜੇ ਮੁਲਜ਼ਮ ਅਰੈਸਟ ਹੋਏ ਹੈਗੇ ਗੁਰਪ੍ਰੀਤ ਸਿੰਘ ਏਲੀਅਸ ਗੋਪੀ ਨੰਬਰਦਾਰ, ਇਹ ਨੌਸ਼ਹਿਰਾ ਪੰਡਵਾ ਦਾ ਹੈਗਾ। ਗੁਰਲਾਲ ਸਿੰਘ ਗਹਿਲਾ ਚੋਲਾ ਸਾਹਿਬ ਪਿੰਡ ਦਾ ਹੈਗਾ। ਗੁਰਲਾਲ ਸਿੰਘ ਲਾਲੀ ਠਟੀਆ ਮਹੰਤਾ PS ਸਰਹਾਲੀ। 2 ਜੁਵੇਨਾਈਲਸ ਹੈਗੇ ਜੀ, ਜਿਨ੍ਹਾਂ ਦੇ ਨਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਜਿਨ੍ਹਾਂ ਨੇ ਐਕਚੁਅਲ ਅਟੈਕ ਕੈਰੀ ਔਨ ਕੀਤਾ ਸੀਗਾ। ਤੇ ਜੋਬਨਪ੍ਰੀਤ ਸਿੰਘ ਜੋਬਨ, ਇਹ ਵੀ ਨੌਸ਼ਹਿਰਾ ਪੰਡਵਾ ਦਾ। ਸਾਰੇ ਮੁਲਜ਼ਮਾਂ ਨੂੰ ਵੱਖ-ਵੱਖ ਲੋਕਾਂ ਨੇ ਹੈਂਡਲ ਕਰਕੇ ਵੱਖ-ਵੱਖ ਥਾਵਾਂ ਤੇ ਇਕੱਠਾ ਕੀਤਾ ਸੀ। ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਹਥਿਆਰ ਅਤੇ ਹੋਰ ਸਮਾਨ ਲੈ ਕੇ ਜਾਣ ਦੀ ਜ਼ਿੰਮੇਵਾਰੀ ਦਿੱਤੀ ਗਈ, ਤਾਂ ਕਿ ਕਿਸੇ ਇੱਕ ਦੇ ਅਰੈਸਟ ਹੋਣ ਦੇ ਉੱਤੇ ਪੁਲਿਸ ਜਾਂਚ ਅੱਗੇ ਨਾ ਵਧ ਸਕੇ। ਤਾਂ 9 ਤਰੀਕ ਨੂੰ ਇਹ ਪੂਰਾ ਘਟਨਾਕ੍ਰਮ ਵਾਪਰਦਾ। 1 ਤਰੀਕ ਨੂੰ ਆਰਪੀਜੀ ਪਹੁੰਚ ਚੁੱਕੇ ਸੀ ਤਰਨਤਾਰਨ ਨੇੜੇ, ਉੱਥੇ ਇੱਕ ਪਿੰਡ ਦੇ ਵਿੱਚ। ਪਰ ਸਵਾਲ ਇਹ ਹੈ ਕਿ ਪਤਾ ਕਿਉਂ ਨਹੀਂ ਲੱਗ ਸਕਿਆ। ਪਰ ਦੂਜੇ ਪਾਸੇ ਜੋ ਖੁਲਾਸੇ ਹੋ ਰਹੇ ਨੇ ਉਹ ਬਹੁਤ ਹੈਰਾਨ ਕਰਨ ਵਾਲੇ ਨੇ ਕਿ ਜਿਹੜੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਗੱਲਬਾਤ ਤੱਕ ਨਹੀਂ ਹੋਈ ਸੀ। ਨਾਬਾਲਗਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਨਾਬਾਲਗਾਂ ਦੇ ਜ਼ਰੀਏ ਹੀ ਹੁਣ ਅਜਿਹੇ ਅਟੈਕ ਕਰਵਾਏ ਜਾ ਰਹੇ ਨੇ। ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਮੁਹਾਲੀ ਦੇ ਵਿੱਚ ਆਰਪੀਜੀ ਅਟੈਕ ਹੋਇਆ ਸੀ, ਉਸ ਦੇ ਵਿੱਚ ਵੀ ਇੱਕ ਨਾਬਾਲਗ ਨੂੰ ਫੈਜ਼ਾਬਾਦ ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਤਾਂ ਨਾਬਾਲਗਾਂ ਦੇ ਜ਼ਰੀਏ, ਯਾਨੀ ਕਿ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵਰਗਲਾ ਕੇ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਜਾ ਰਿਹਾ ਹੈ। ਖੈਰ, ਜਦੋਂ ਮੁਲਜ਼ਮਾਂ ਦੇ ਵੱਲੋਂ ਅਜਿਹੇ ਕਾਰੇ ਕੀਤੇ ਜਾਣ ਔਰ ਬੱਚਿਆਂ ਨੂੰ ਮੋਹਰਾ ਬਣਾਇਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਗੁਰਦੁਆਰਿਆਂ ਦੇ ਵਿੱਚ ਬੈਂਚ ਵਿਵਾਦ ਦੇ ਉੱਤੇ SGPC ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਜਿਵੇਂ ਰੋਪੜ ਦੇ ਵਿੱਚ ਮੀਟਿੰਗ ਸੀ ਤੇ ਮੀਟਿੰਗ ਦੇ ਵਿੱਚ ਜੋ ਬੈਂਚ ਦੀ ਭੰਨਤੋੜ ਹੋਈ, ਅੱਗ ਲਗਾਈ ਗਈ, ਉਸ ਦੀ SGPC ਦੀ ਮੀਟਿੰਗ ਦੇ ਵਿੱਚ ਨਿਖੇਧੀ ਹੋਈ ਹੈ ਤੇ ਕਿਹਾ ਗਿਆ ਕਿ ਅਜਿਹੀਆਂ ਘਟਨਾਵਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਖਲ ਦੇਣ, ਉਹਨਾਂ ਨੂੰ ਅਪੀਲ ਕੀਤੀ ਗਈ ਹੈ। ਮਰਿਆਦਾ ਦੀ ਉਲੰਘਣਾ ਦੇ ਮਾਮਲਿਆਂ ਦੇ ਵਿੱਚ ਦਖਲ ਦਿੱਤਾ ਜਾਵੇ। SGPC ਦੀ ਗੁਰਦੁਆਰਾ ਪ੍ਰਬੰਧਕਾਂ ਨੂੰ ਵੀ ਅਪੀਲ ਹੈ ਕਿ SGPC ਦਾ ਜਥੇਦਾਰ ਤੱਕ ਅਜਿਹੇ ਮਾਮਲੇ ਪਹੁੰਚਾਏ ਜਾਣ। ਕਾਬਲੇ ਗੌਰ ਹੈ ਕਿ ਰੋਪੜ ਦੇ ਵਿੱਚ SGPC ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਹੋਈ ਔਰ ਕਿਉਂਕਿ ਕੁਝ ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ, ਖਾਸ ਤੌਰ ਤੇ ਜਲੰਧਰ ਤੋਂ, ਜਿੱਥੇ ਗੁਰੂ ਘਰ ਦੇ ਵਿੱਚੋਂ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਦੇ ਵੱਲੋਂ ਜਿਹੜੇ ਉੱਥੇ ਬੈਂਚ ਜਾਂ ਫਿਰ ਕੁਰਸੀਆਂ ਲੱਗੀਆਂ ਹੋਈਆਂ ਸੀ, ਉਹਨਾਂ ਨੂੰ ਉੱਥੋਂ ਪੁੱਟਿਆ ਗਿਆ ਤੇ ਬਾਹਰ ਲੈ ਜਾ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ। ਤਾਂ ਇਸ ਦਾ ਜ਼ਬਰਦਸਤ ਵਿਰੋਧ ਹੋਇਆ ਹੈ ਜਾਂ ਕਹੀਏ ਕਿ ਜਿਹੜਾ ਇਸ ਦੀ ਨਿਖੇਧੀ ਹਰ ਪਾਸੇ ਤੋਂ ਹੋਈ। ਤਾਂ ਹੁਣ SGPC ਵੀ ਇਸ ਤਰੀਕੇ ਨਾਲ ਉੱਥੋਂ ਟੇਬਲ ਪੁੱਟਣ ਤੇ ਫਿਰ ਅੱਗ ਲਗਾਉਣ ਦੀ ਨਿਖੇਧੀ ਕਰ ਰਹੀ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਤੁਸੀਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦਿਓ। ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਹੋਰਾਂ ਦੇ ਵੱਲੋਂ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਪਏ ਬੈਂਚਾਂ ਨੂੰ ਸਾੜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਹੈ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਇਹ ਮੀਟਿੰਗ ਹੁੰਦੀ। ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਗਵਾਈ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੇ ਵੱਖ-ਵੱਖ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਜਿੱਥੇ ਵੀ ਕਿਤੇ ਇਹੋ ਜਿਹੀ ਮਰਿਆਦਾ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਵੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲਿਆਂਦਾ ਜਾਵੇ। ਅਤੇ ਇਸ ਪ੍ਰੈਸ ਨੋਟ ਦੇ ਰਾਹੀਂ ਦੱਸਿਆ ਜਾਂਦਾ ਹੈ ਕਿ ਸਨ 1999 ਦੇ ਵਿੱਚ ਪੂਰਨ ਤੌਰ ਤੇ ਮਨਾਹੀ ਕੀਤੀ ਗਈ ਸੀ ਤੇ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਜਿਹੀ ਕੁਰਸੀਆਂ ਜਾਂ ਬੈਂਚਾਂ ਦਾ ਮੌਜੂਦਗੀ ਨਾ ਹੋਵੇ, ਲੇਕਿਨ ਮੁੜ ਤੋਂ 24 ਅਕਤੂਬਰ 2000 ਨੂੰ ਇੱਕ ਮਤਾ ਪਾਸ ਕਰਕੇ ਕੇਵਲ ਸਰੀਰਕ ਤੌਰ ਤੇ ਅਪੰਗ ਵਿਅਕਤੀਆਂ ਨੂੰ ਲੰਗਰ ਹਾਲਾਂ ਦੇ ਵਿੱਚ ਅਤੇ ਦੀਵਾਨ ਹਾਲਾਂ ਦੇ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਗਈ ਸੀ। ਲੇਕਿਨ ਫਿਰ 8 ਜੁਲਾਈ 2009 ਨੂੰ ਇੱਕ ਹੁਕਮਨਾਮਾ ਜਾਰੀ ਕਰਕੇ ਦੱਸਿਆ ਗਿਆ ਸੀ ਕਿ 2000 ਦੇ ਹੁਕਮਨਾਮੇ ਦੀ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਕੇਵਲ ਸਰੀਰਕ ਤੌਰ ਤੇ ਅਪੰਗ ਵਿਅਕਤੀਆਂ ਨੂੰ ਇਸ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ
ਇਸ ਮਾਮਲੇ ਦੇ ਵਿੱਚ ਜੋ ਆਮ ਵਿਅਕਤੀ ਨੇ ਉਹ ਵੀ ਇਸ ਸੁਵਿਧਾ ਦਾ ਫਾਇਦਾ ਉਠਾ ਰਹੇ ਨੇ। ਇਸ ਕਰਕੇ 22 ਨਵੰਬਰ 2013 ਨੂੰ ਇੱਕ ਆਦੇਸ਼ ਜਾਰੀ ਕਰਕੇ ਪਹਿਲੇ ਹੁਕਮਨਾਮੇ ਦੀ ਨਜਾਇਜ਼ ਵਰਤੋਂ ਦੇ ਕਾਰਨ ਇੱਕ ਆਦੇਸ਼ ਦਿੱਤਾ ਗਿਆ ਕਿ ਸਤਿਗੁਰ ਜੀ ਦੀ ਹਜ਼ੂਰੀ ਤੋਂ ਬਾਹਰ ਬਰਾਂਡੇ ਦੇ ਵਿੱਚ ਬੈਂਚ ਲਗਾਏ ਜਾਣ ਅਤੇ ਬਰਾਂਡਿਆਂ ਦੇ ਵਿੱਚ ਬੈਂਚਾਂ ਦੇ ਉੱਪਰ ਸੰਗਤਾਂ ਬੈਠ ਸਕਦੀਆਂ ਨੇ। ਅਤੇ ਹੁਣ ਦੱਸਿਆ ਗਿਆ ਹੈ ਕਿ ਦੇਖਣ ਵਿੱਚ ਆਇਆ ਹੈ ਕਿ ਇਸ ਮਾਮਲੇ ਦਾ ਵੀ ਉਲੰਘਣ ਕੀਤਾ ਜਾ ਰਿਹਾ ਹੈ ਅਤੇ ਕਈ ਥਾਵਾਂ ਤੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਫਰਸ਼ਾਂ ਨੂੰ ਨੀਵਾਂ ਕਰਕੇ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਦਰਬਾਰ ਸਾਹਿਬ ਵਿੱਚ ਬੈਠੀ ਸੰਗਤ ਅਤੇ ਕੁਰਸੀਆਂ ਦੇ ਵਿੱਚ ਬੈਠੀ ਸੰਗਤ ਬਾਰ-ਬਾਰ ਦਿਸਦੀ ਹੈ। ਇਸ ਕਰਕੇ ਹੁਣ ਅੱਜ ਧਰਮ ਪ੍ਰਚਾਰ ਕਮੇਟੀ ਦੀ ਇੱਕ ਮੀਟਿੰਗ ਕੀਤੀ ਜਾਂਦੀ ਹੈ ਅਤੇ ਇਸ ਮੀਟਿੰਗ ਤੋਂ ਬਾਅਦ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੌਮ ਨੂੰ ਅਗਵਾਈ ਦਿੱਤੀ ਜਾਵੇ। ਤਾਂ ਹੁਣ ਸਵਾਲ ਇਹ ਹੈ ਕਿ ਜਥੇਦਾਰ ਸਾਹਿਬ ਦਖਲ ਦੇਣਗੇ ਤੇ ਉਹਨਾਂ ਦੇ ਵੱਲੋਂ ਕੋਈ ਹੋਰ ਆਦੇਸ਼ ਜਾਂ ਹੁਕਮਨਾਮਾ ਦਿੱਤਾ ਜਾਂਦਾ ਹੈ ਔਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਨੇ ਇਸ ਤਰੀਕੇ ਨਾਲ ਟੇਬਲ ਜਾਂ ਬਹੁਤ ਨੀਵੇਂ ਕਰਕੇ ਜਿਵੇਂ ਆਪਾਂ ਪੀੜੀਆਂ ਜਿਸ ਨੂੰ ਕਹਿ ਦਿੰਦੇ ਨੇ ਕਿ ਉਹ ਪੀੜੀਆਂ ਜਿਹੜੀਆਂ ਹਟਾ ਦਿੱਤੀਆਂ ਜਾਣਗੀਆਂ ਜਾਂ ਹਟਾ ਦਿੱਤੀਆਂ ਗਈਆਂ ਨੇ। ਇਸ ਦੇ ਉੱਤੇ ਐਸਜੀਪੀਸੀ ਜਥੇਦਾਰ ਸਾਹਿਬ ਨੂੰ ਅਪੀਲ ਕਰ ਰਹੀ ਹੈ ਕਿ ਤੁਸੀਂ ਮਾਮਲੇ 'ਚ ਦਖਲ ਦਿਵੋ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੰਗ ਦੇ ਉੱਤੇ ਬੇਅਦਬੀ ਮਾਮਲੇ ਤੇ ਜੋ ਚਰਚਾ ਦੀ ਮੰਗ ਕੀਤੀ ਗਈ ਸੀ ਉਹ ਨਹੀਂ ਹੋ ਸਕੀ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਪਾਰਲੀਮੈਂਟ ਦੇ ਵਿੱਚ ਕੰਮ ਰੋਕੂ ਮਤਾ ਦਿੱਤਾ ਸੀ ਤੇ ਬੇਅਦਬੀ ਦੇ ਮੁਲਜ਼ਮਾਂ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ, ਪਰ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਸੰਸਦ ਦੇ ਵਿੱਚ ਖੂਬ ਹੰਗਾਮਾ ਵੀ ਹੋਇਆ। मैं आग्रह कर रहा हूं चेयर से खड़े होकर के, प्लीज टेक योर सीट। राघव जी प्लीज 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 आप पहले एक मैं आप ही की तरफ देख रहा हूं और बता रहा हूं, प्लीज एक बार सीट लीजिए। ਡਿਪਟੀ ਚੇਅਰਮੈਨ ਦੇ ਵੱਲੋਂ ਚਰਚਾ ਤੋਂ ਇਨਕਾਰ ਕੀਤਾ ਗਿਆ ਤਾਂ ਰਾਘਵ ਚੱਡਾ ਨੇ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰਾਘਵ ਚੱਡਾ ਪਾਰਲੀਮੈਂਟ ਦੇ ਹਾਤੇ ਦੇ ਵਿੱਚ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਬੈਠ ਗਏ ਅਤੇ ਹੱਥਾਂ ਦੇ ਵਿੱਚ ਤਖਤੀਆਂ ਫੜ ਕੇ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਤਾਂ ਪੰਜਾਬ ਦੇ ਵਿੱਚ ਬੇਅਦਬੀ ਇੱਕ ਬਹੁਤ ਵੱਡਾ ਇਸ਼ੂ ਹੈ। 2022-2017 ਦੇ ਇਲੈਕਸ਼ਨ ਦੇ ਵਿੱਚ ਵੀ ਇਹ ਸਿਆਸੀ ਮੁੱਦਾ ਜ਼ਰੂਰ ਰਿਹਾ, ਪਰ ਦੇਖਣਾ ਹੋਵੇਗਾ ਕਿ ਹੁਣ ਸੈਂਟਰ ਦੀ ਗਵਰਨਮੈਂਟ ਇਸ ਦੇ ਉੱਤੇ ਕੀ ਕੁਝ ਐਕਸ਼ਨ ਲੈਂਦੀ ਹੈ ਜਾਂ ਫਿਰ ਨਹੀਂ। ਉਧਰ ਲਤੀਫਪੁਰ ਮਾਮਲੇ ਦੇ ਉੱਤੇ ਘੱਟ ਗਿਣਤੀ ਕਮਿਸ਼ਨ ਸਖਤ ਨਜ਼ਰ ਆ ਰਿਹਾ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਕਮਿਸ਼ਨ ਨੇ ਸਰਦੀਆਂ 'ਚ ਕਾਰਵਾਈ ਦੇ ਉੱਤੇ ਸਵਾਲ ਚੁੱਕੇ ਨੇ ਤੇ ਕਾਰਵਾਈ ਤੋਂ ਪਹਿਲਾਂ ਲੋਕਾਂ ਦੇ ਲਈ ਪ੍ਰਬੰਧ ਕੀਤਾ ਜਾਂਦਾ ਹੈ ਵੀ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਹੈ। ਤਾਂ ਕਾਬਿਲੇ ਗੌਰ ਹੈ ਕਿ ਲਤੀਫਪੁਰਾ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਤੇ ਘਰਾਂ ਨੂੰ ਤੋੜ ਦਿੱਤਾ ਗਿਆ ਤੇ ਉਸ ਤੋਂ ਬਾਅਦ ਜ਼ਬਰਦਸਤ ਵਿਰੋਧ ਦਾ ਸਾਹਮਣਾ ਪ੍ਰਸ਼ਾਸਨ ਨੂੰ ਜ਼ਰੂਰ ਕਰਨਾ ਪੈ ਰਿਹਾ ਹੈ। ਇਸ ਵਿਚਾਲੇ ਇੰਪਰੂਵਮੈਂਟ ਟਰਸਟ ਆ ਕੇ ਵੀ ਕਹਿੰਦਾ ਹੋਇਆ ਨਜ਼ਰ ਆਇਆ ਕਿ ਜਿਹੜੇ ਲੋਕਾਂ ਦੇ ਘਰ ਟੁੱਟੇ ਨੇ ਅਸੀਂ ਉਹਨਾਂ ਨੂੰ ਫਲੈਟ ਜ਼ਰੂਰ ਦਵਾਂਗੇ, ਉਹਨਾਂ ਨੂੰ ਘਰ ਰਹਿਣ ਦੇ ਲਈ ਥਾਂ ਦਿੱਤੀ ਜਾਵੇਗੀ। ਹਾਲਾਂਕਿ ਲੋਕ ਉਸ ਤੋਂ ਵੀ ਕਹਿ ਰਹੇ ਨੇ ਕਿ ਨਹੀਂ, ਅਸੀਂ ਫਲੈਟ ਵੀ ਨਹੀਂ ਲੈਣੇ ਹੈਗੇ, ਸਾਡੇ ਘਰ ਜਿੱਥੇ ਨੇ ਉੱਥੇ ਹੀ ਸਾਨੂੰ ਵਾਪਸ ਬਣਾ ਕੇ ਦਿੱਤੇ ਜਾਣ। ਇਸ ਵਿਚਾਲੇ ਪੋਲੀਟੀਕਲ ਮੁੱਦਾ ਵੀ ਬਣ ਗਿਆ, ਸਿਆਸੀ ਫੇਰੀਆਂ ਉੱਥੇ ਸ਼ੁਰੂ ਹੋ ਗਈਆਂ ਤੇ ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਨੋਟਿਸ ਲਿਆ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਕਿਹਾ ਗਿਆ ਕਿ ਨਹੀਂ, ਸਰਦੀ ਦਾ ਮੌਸਮ ਦਸੰਬਰ ਦੇ ਵਿੱਚ ਆਖਿਰ ਕੀ ਜ਼ਰੂਰਤ ਪੈ ਗਈ ਕਿ ਲੋਕਾਂ ਦੇ ਘਰ ਤੋੜ ਦਿੱਤੇ ਗਏ ਔਰ ਪਹਿਲਾਂ ਪ੍ਰਬੰਧ ਲੋਕਾਂ ਦੇ ਲਈ ਕਿਉਂ ਨਹੀਂ ਕੀਤਾ ਗਿਆ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਡਿਟੇਲਡ ਰਿਪੋਰਟ ਇਸ ਪੂਰੇ ਮਾਮਲੇ 'ਚ ਮੰਗੀ ਹੈ। ਅੱਗੇ ਵਧਦੇ ਹਾਂ ਤੇ ਗੱਲ ਕਿਸਾਨਾਂ ਦੀ ਵੀ ਕਰਾਂਗੇ। ਟਾਂਡਾ ਦੇ ਚੌਲਾਂਗ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਤੇ ਟੋਲ ਮੁਲਾਜ਼ਮਾਂ ਦੇ ਵਿਚਾਲੇ ਖਿੱਚੋਤਾਣ ਦੂਜੇ ਦਿਨ ਵੀ ਜਾਰੀ ਰਹੀ। ਤੇ ਇੱਕ ਪਾਸੇ ਕਿਸਾਨਾਂ ਨੇ ਟੋਲ ਬੰਦ ਕਰਵਾ ਕੇ ਰੋਸ ਪ੍ਰਦਰਸ਼ਨ ਜਾਰੀ ਰੱਖਿਆ, ਉੱਥੇ ਹੀ ਟੋਲ ਮੁਲਾਜ਼ਮਾਂ ਨੇ ਹੱਥਾਂ ਦੇ ਵਿੱਚ ਕਾਲੇ ਝੰਡੇ ਫੜ ਕੇ ਟੋਲ ਬੰਦ ਕਰਨ ਦਾ ਵਿਰੋਧ ਕੀਤਾ। ਟੋਲ ਮੁਲਾਜ਼ਮਾਂ ਨੇ ਸਵਾਲ ਪੁੱਛਿਆ ਕਿ ਉਹਨਾਂ ਦੀਆਂ ਤਨਖਾਹਾਂ ਕੌਣ ਦੇਵੇਗਾ ਤੇ ਉਹਨਾਂ ਦੇ ਘਰ ਕਿਵੇਂ ਚੱਲਣਗੇ। ਸਾਨੂੰ ਕਿੱਥੋਂ ਤਨਖਾਹ ਦੇਣੀਆਂ, ਸਾਨੂੰ ਦੇਣਗੇ ਤਨਖਾਹ, ਕਹਿੰਦੇ ਆ ਦੇਣਗੇ, ਅਸੀਂ ਉਹਨਾਂ ਨੂੰ ਬੈਠਣ ਦਿੰਦੇ ਆ। ਤੇ ਦੂਜੇ ਪਾਸੇ ਕਿਸਾਨਾਂ ਨੇ ਸਰਕਾਰ ਤੋਂ ਟੋਲ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਸਫਾਈ ਦਿੰਦਿਆਂ ਕਿਹਾ ਕਿ ਉਹਨਾਂ ਨੇ ਟੋਲ ਮੁਲਾਜ਼ਮਾਂ ਤੇ ਕੋਈ ਵੀ ਹਮਲਾ ਨਹੀਂ ਕੀਤਾ। ਥੋੜਾ ਜਿਹਾ ਕਿਸਾਨਾਂ ਨੇ ਕੋਈ ਵੀ ਆਪਣੇ ਬੱਚੇ ਆ ਜਿਹੜੇ ਕੰਮ ਕਰਦੇ ਆ ਜਾਂ ਬੱਚੀਆਂ ਕੰਮ ਕਰਦੀਆਂ ਉਹਨਾਂ ਦੇ ਉੱਤੇ ਕੋਈ ਹੀ ਤਸ਼ੱਦਦ ਨਹੀਂ ਕੀਤਾ, ਸਗੋਂ ਇਹਨਾਂ ਨੇ ਕਿਸਾਨਾਂ ਦੇ ਗਲ ਪੈਣਾ ਚਾਹਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ 18 ਟੋਲ ਪਲਾਜ਼ਿਆਂ ਨੂੰ ਬੰਦ ਕਰਵਾਇਆ ਗਿਆ ਹੈ ਤੇ ਐਮਐਸਪੀ ਸਣੇ ਆਪਣੀਆਂ ਕਈ ਮੰਗਾਂ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ।
ਤਾਂ ਟੋਲ ਪਲਾਜ਼ੇ ਵੱਖ-ਵੱਖ ਥਾਵਾਂ ਦੇ ਉੱਤੇ ਮੰਗਾਂ ਨੂੰ ਲੈ ਕੇ ਬੰਦ ਕੀਤੇ ਗਏ ਨੇ ਤੇ ਜਿਹੜਾ ਇਹ ਟੋਲ ਪਲਾਜ਼ਾ ਟਾਂਡਾ ਵਾਲਾ ਇੱਥੇ ਕੱਲ ਵੀ ਵਿਵਾਦ ਸੀ ਤੇ ਹੁਣ ਵੀ ਵਿਵਾਦ ਵੇਖਣ ਨੂੰ ਜ਼ਰੂਰ ਮਿਲਿਆ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਬਾਬੂ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਆਪ ਹੁੰਦਰੀਆਂ ਤੋਂ ਬਾਜ਼ ਨਹੀਂ ਆ ਰਹੇ ਤੇ ਹਰ ਦਫ਼ਤਰ 'ਚ ਪਬਲਿਕ ਡੀਲਿੰਗ ਦਾ ਸਮਾਂ 9 ਵਜੇ ਲਿਖਿਆ ਹੈ, ਪਰ ਦਫ਼ਤਰਾਂ 'ਚ ਅਫਸਰਾਂ ਦੀ ਥਾਂ ਖਾਲੀ ਕੁਰਸੀਆਂ ਹੀ ਲੋਕਾਂ ਨੂੰ ਡੀਲ ਕਰਦੀਆਂ ਨੇ। ਕੁਰਸੀਆਂ ਤੇ ਬੈਠਣ ਵਾਲੇ ਬਾਬੂ ਆਰਾਮ ਦੇ ਨਾਲ ਧੁੰਦ ਉਤਰੀ ਤੇ ਦਫ਼ਤਰਾਂ 'ਚ ਚੜ੍ਹਦੇ ਨੇ, ਜਿਸ ਕਾਰਨ ਲੋਕ ਤਾਂ ਪਰੇਸ਼ਾਨ ਹੁੰਦੇ ਹੀ ਨੇ, ਸਰਕਾਰੀ ਹੁਕਮ ਵੀ ਮਿੱਟੀ 'ਚ ਮਿਲਦੇ ਨਜ਼ਰ ਆਉਂਦੇ ਨੇ। ਫਿਲਹਾਲ ਦੇ 9:15 ਹੋਣ ਵਾਲੇ ਆ ਤਕਰੀਬਨ, ਫਿਲਹਾਲ ਕੋਈ ਨਹੀਂ ਹੈਗਾ, ਸੀਟਾਂ ਤੇ ਖਾਲੀ ਨੇ। ਮੈਂ ਟਾਈਮ ਤੇ ਆਉਣਾ ਚਾਹੀਦਾ, ਚੈਕਿੰਗ ਕਰਨੀ ਚਾਹੀਦੀ ਹੈ ਬਸ। ਪਰੇਸ਼ਾਨੀ ਸਮਝਦੇ ਲੋਕਾਂ ਨੂੰ, ਪਰੇਸ਼ਾਨੀ ਬਿਲਕੁਲ ਹੋ ਰਹੀ ਹੈ। ਹਾਂਜੀ, ਇਹ ਤਾਂ ਅਧਿਕਾਰੀਆਂ ਨੂੰ ਚਾਹੀਦਾ ਤਾਂ ਆਪਣੇ ਮੌਕੇ ਤੇ ਟਾਈਮ ਤੇ ਚੈੱਕ ਕਰਨ। ਪਰ ਜਦੋਂ ਖਾਲੀ ਚੇਅਰਾਂ ਦੀ ਕੇਅਰ ਕਰਨ ਵਾਲੇ ਆਲਾ ਅਧਿਕਾਰੀ ਯਾਨੀ ਜ਼ੋਨਲ ਕਮਿਸ਼ਨਰ ਨੀਰਜ ਜੈਨ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਚੈੱਕ ਕੀਤਾ ਜਾਵੇਗਾ, ਗਲਤੀ ਹੋਣ ਤੇ ਸਜ਼ਾ ਦਿੱਤੀ ਜਾਵੇਗੀ, ਜਨਤਾ ਦੀਆਂ ਪਰੇਸ਼ਾਨੀਆਂ ਹੱਲ ਕੀਤੀਆਂ ਜਾਣਗੀਆਂ। ਸਭ ਰਟੇ ਰਟਾਏ ਜਵਾਬ ਦੇ ਦਿੱਤੇ। चेतावनी पत्र दोबारा तो मैं सर्कुलेट भी करूँगा, सारे ਨੂੰ ਕਹੂੰਗਾ ਆਪਣੇ ਕੰਸਰਨ ਸੁਪਰੀਡੈਂਟਸ ਨੂੰ ਵੀ ਇਸ ਗੱਲ ਦਾ ਕਿ ਹਾਜ਼ਰੀ ਯਕੀਨੀ ਬਣਾਉਣ 9 ਵਜੇ। ਅਗਰ ਕਿਸੇ ਵਕਤ ਕੋਈ ਚੀਜ਼ ਜਿਵੇਂ ਤੁਸੀਂ ਮੈਨੂੰ ਦੱਸਿਆ ਵਾ, ਇਸ ਗੱਲ ਨੂੰ ਅਸੀਂ ਭਵਿੱਖ ਵਿੱਚ ਬਿਲਕੁਲ ਟੋਟਲ ਇਨ ਪਾਲਣਾ ਕਰਾਂਗੇ। ਸਰਕਾਰ ਦੇ ਹੁਕਮ ਹੈ, ਇਸ ਗੱਲ ਤੇ 9 ਵਜੇ ਪਹੁੰਚਣਗੇ, ਪਬਲਿਕ ਨੂੰ ਹਰਾਸਮੈਂਟ ਨਹੀਂ ਹੋਣ ਦੇਣੀ। ਪਰ ਸਵਾਲ ਇਹ ਵੀ ਹੈ ਕਿ ਮੀਡੀਆ ਦੇ ਪਹੁੰਚਣ ਤੋਂ ਬਾਅਦ ਹੀ ਚੈਕਿੰਗ ਕਿਉਂ ਹੁੰਦੀ ਹੈ? ਕਿ ਵੱਡੇ ਅਧਿਕਾਰੀ ਖੁਦ ਕਦੇ ਦਫ਼ਤਰਾਂ ਦਾ ਚੱਕਰ ਨਹੀਂ ਕੱਢਦੇ, ਕਿ ਲੋਕਾਂ ਦੀਆਂ ਪਰੇਸ਼ਾਨੀਆਂ ਗਰਾਊਂਡ ਤੇ ਜਾ ਕੇ ਨਹੀਂ ਸੁਣਦੇ, ਤੇ ਅਜਿਹੀ ਕਿਹੜੀ ਕਾਰਵਾਈ ਹੈ ਜੋ ਹੋਣ ਦੇ ਬਾਵਜੂਦ ਵੀ ਇਹ ਖਾਲੀ ਕੁਰਸੀਆਂ ਦੇ ਮਾਲਕ ਸੁਧਰਦੇ ਹੀ ਨਹੀਂ? ਖੈਰ ਲੱਗ ਰਿਹਾ ਹੈ ਕਿ ਅਧਿਕਾਰੀ ਕਹਿੰਦੇ ਨੇ ਕਿ ਹਮ ਨਹੀਂ ਮਾनेंगे, ਸਰਕਾਰ ਸਖਤੀ ਕਰੇ, ਸਖਤ ਆਦੇਸ਼ ਜਾਰੀ ਕਰੇ, ਪਰ ਅਸੀਂ ਤਾਂ ਆਪਣੇ ਮੁਤਾਬਿਕ ਹੀ ਚੱਲਾਂਗੇ। ਖੈਰ ਜਦੋਂ ਲੋਕਾਂ ਦੀ ਸਹੂਲਤਾਂ ਦੇ ਲਈ ਬੈਠੇ ਲੋਕ ਸਰਕਾਰੀ ਦਫ਼ਤਰਾਂ 'ਚ ਨਾ ਪਹੁੰਚਣ, ਕੁਰਸੀਆਂ ਖਾਲੀ ਹੋਣ, ਲੋਕ ਪਰੇਸ਼ਾਨ ਹੋਣ, ਫਿਰ ਫਰਕ ਤਬ ਪੈਂਦਾ। ਉਧਰ ਝਾਰਖੰਡ ਦੇ ਵਿੱਚ ਮੁੜ ਸ਼ੁਰੂ ਹੋਈ ਹੈ ਪੰਜਾਬ ਦੀ ਕੋਲਾ ਖਾਣ। ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਟ੍ਰੇਨ ਪਹੁੰਚੀ ਹੈ ਪੰਜਾਬ। PSPCL ਨੂੰ 1 ਸਾਲ ਦੇ ਵਿੱਚ 600 ਕਰੋੜ ਦਾ ਫਾਇਦਾ ਹੋਏਗਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਤੇ ਕਿਹਾ ਕਿ ਪੰਜਾਬ ਨੂੰ 1 ਸਾਲ ਦੇ ਵਿੱਚ 1500 ਕਰੋੜ ਦਾ ਇਸ ਦੇ ਨਾਲ ਫਾਇਦਾ ਹੋਏਗਾ। 30 ਸਾਲ ਤੱਕ ਸਾਨੂੰ ਕੋਲੇ ਦੀ ਕਮੀ ਨਹੀਂ ਆਵੇਗੀ। ਕਾਬਿਲੇ ਗੌਰ ਹੈ ਕਿ ਬਿਜਲੀ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਵੀ CM ਦੇ ਵੱਲੋਂ ਐਲਾਨ ਕੀਤਾ ਗਿਆ ਹੈ। ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਟ੍ਰੇਨ ਚੱਲੀ ਉਹ ਪਹੁੰਚੀ ਝਾਰਖੰਡ ਦੇ ਵਿੱਚ, ਜਿਹੜੀ ਪੰਜਾਬ ਦੀ ਮਾਈਨ ਸੀ ਉੱਥੇ ਦੁਬਾਰਾ ਇਹ ਕੰਮ ਸ਼ੁਰੂ ਹੋਇਆ ਤੇ ਉੱਥੋਂ ਟ੍ਰੇਨ ਭਰ ਕੇ ਜਦੋਂ ਪਹਿਲੀ ਟ੍ਰੇਨ ਪਹੁੰਚੀ ਹੈ ਤਾਂ ਉਸ ਦਾ ਕੁਝ ਇਸ ਤਰੀਕੇ ਨਾਲ ਸਵਾਗਤ ਕੀਤਾ ਗਿਆ। ਔਰ CM ਕਹਿੰਦੇ ਹੋਏ ਨਜ਼ਰ ਆਏ ਨੇ ਕਿ 1500 ਕਰੋੜ ਦਾ ਫਾਇਦਾ ਸੂਬੇ ਨੂੰ ਹਰ ਸਾਲ ਇਸ ਦੇ ਨਾਲ ਹੋਏਗਾ। ਕੋਲੇ ਦੀ ਮਾਈਨ ਜਿਹੜੀ ਹੈ ਇਹ 30 ਸਾਲ ਤੱਕ ਸਾਡੇ ਕੋਲੇ ਹੁਣ ਕੋਲੇ ਦੀ ਕਮੀ ਨਹੀਂ ਆਉਣ ਦਿਊਗੀ। ਤੇ ਨਾਲ ਨਾਲ ਇਹ 2018 ਤੋਂ 21 ਤੱਕ ਤਾਂ ਇਸੇ ਕਰਕੇ ਹੀ ਬੰਦ ਰਹੀ। 15 ਤੋਂ 18 ਤੱਕ, 2015 ਤੋਂ 18 ਤੱਕ ਇਸ ਕਰਕੇ ਬੰਦ ਰਹੀ, ਟੈਂਡਰ ਹੀ ਨਹੀਂ ਪਾਏ, ਟੈਂਡਰ ਨਹੀਂ ਪਾਏ ਗਏ। ਫਿਰ 18 ਤੋਂ ਬਾਅਦ ਸੁਪਰੀਮ ਕੋਰਟ 'ਚ ਮਾਮਲਾ ਆ ਗਿਆ। 21 ਦੇ ਵਿੱਚ, ਸਤੰਬਰ 21 ਦੇ ਵਿੱਚ ਸੁਪਰੀਮ ਕੋਰਟ ਨੇ ਹੱਕ 'ਚ ਫੈਸਲਾ ਕੀਤਾ ਤੇ ਦੇਖੋ ਉਹਨੂੰ ਅਸੀਂ ਰਿਵਿਊ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਕਲੌਜ਼ ਪਾਏ ਹੋਏ ਨੇ ਕਿ ਰੱਦ ਵੀ ਹੋ ਜੇ ਤਾਂ ਇੰਨੇ ਤੁਹਾਨੂੰ ਪੈਸੇ ਦੇਣੇ ਪੈਣਗੇ। ਹਜੇ ਤਾਂ ਅਸੀਂ ਟੋਲ ਟੈਕਸਾਂ ਦੇ PPA ਰੱਦ ਕਰਨ ਲੱਗੇ ਹਾਂ, ਉਹ ਵੀ ਤਾਂ PPA ਸੀ ਨਾ, ਜੋ ਕੱਲ ਵੀ ਅਸੀਂ ਕੀਤਾ ਹੈ। ਸੋ ਜਿਹੜੇ ਇਹ ਮਹਿੰਗੀ ਬਿਜਲੀ ਦੇ 25-25 ਸਾਲ ਦੇ ਕਰਕੇ ਗਏ ਨੇ, ਅਸੀਂ ਰਿਵਿਊ ਕਰ ਰਹੇ ਹਾਂ, ਉਹਨਾਂ ਨੂੰ ਲੀਗਲ ਐਡਵਾਈਸ ਲੈ ਰਹੇ ਹਾਂ ਕਿ ਇਹਦੇ 'ਚ ਕੀ ਹੈ, ਕਿਉਂਕਿ ਕਲੌਜ਼ ਇਦਾਂ ਦੇ ਪਾ ਦਿੱਤੇ ਗਏ ਨੇ ਕਿ ਜੇ ਅਸੀਂ ਉਹਨਾਂ ਤੋਂ ਬਿਜਲੀ ਨਾ ਵੀ ਲਈਏ ਸਾਨੂੰ ਇੰਨੇ ਪੈਸੇ ਦੇਣੇ ਹੀ ਪੈਣਗੇ। ਇਹ ਤਾਂ ਮਾਨਯੋਗ ਸੁਖਬੀਰ ਬਾਦਲ ਜੀ ਤੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਕਰਕੇ ਗਏ ਨੇ ਨਾ ਸਾਈਨ, ਕਿਉਂਕਿ ਉਹ ਪੰਜਾਬ ਨੂੰ ਬਹੁਤ ਪਿਆਰ ਕਰਦੇ ਸੀ, ਇਸ ਕਰਕੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਕੰਮ ਹੋ ਜਾਊਗਾ। ਸੋ ਜਿਹੜੇ ਉਹਨਾਂ ਨੇ ਇਦਾਂ ਦੇ ਗਲਤ ਸਾਈਨ ਕੀਤੇ ਨੇ, ਉਹ PPA ਕੀਤੇ ਨੇ, ਚਾਹੇ ਸਾਨੂੰ ਵਿਧਾਨ ਸਭਾ 'ਚ ਲੈ ਕੇ ਆਉਣਾ ਪਵੇ, ਕੋਈ ਐਕਟ ਅਮੈਂਡ ਕਰਨਾ ਪਵੇ, ਲੀਗਲੀ ਚਾਹੇ ਸਾਨੂੰ ਲੜਾਈ ਲੜਨੀ ਪਵੇ, ਅਸੀਂ ਉਹਨਾਂ ਨੂੰ ਰਿਵਿਊ ਕਰ ਰਹੇ ਹਾਂ। ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਹੈ ਉਹ ਮਹਿੰਗੀ ਮਿਲੇ, ਜਿਹੜਾ ਪੰਜਾਬ ਬਿਜਲੀ ਪੈਦਾ ਕਰਦਾ ਹੈ। ਤਾਂ ਦੋ ਅਹਿਮ ਮੁੱਦੇ ਜਿਨ੍ਹਾਂ ਦੇ ਉੱਤੇ CM ਬੋਲਦੇ ਨਜ਼ਰ ਆਏ ਨੇ। ਪਹਿਲਾ ਕਿ 1500 ਕਰੋੜ ਦਾ ਫਾਇਦਾ ਹੋਏਗਾ ਜਿਹੜੀ ਝਾਰਖੰਡ ਦੇ ਵਿੱਚ ਮਾਈਨ ਦੀ ਸ਼ੁਰੂਆਤ ਹੋਈ ਹੈ ਜਿੱਥੋਂ ਕੋਲਾ ਪਹੁੰਚਿਆ ਸੀ, ਤੇ ਦੂਜਾ PPA ਪਾਵਰ ਪਰਚੇਜ਼ ਐਗਰੀਮੈਂਟ ਉਹਨਾਂ ਨੂੰ ਰਿਵਿਊ ਕੀਤਾ ਜਾ ਰਿਹਾ ਹੈ
ਔਰ 25-25 ਸਾਲ ਦੇ ਐਗਰੀਮੈਂਟ ਕਰ ਦਿੱਤੇ ਗਏ ਅਕਾਲੀ ਸਰਕਾਰ ਦੇ ਉੱਤੇ। ਜੋ ਤਤਕਾਲੀ ਸਰਕਾਰ ਸੀ ਉਸ ਦੇ ਉੱਤੇ ਨਿਸ਼ਾਨਾ ਇੱਕ ਵਾਰ ਫਿਰ ਤੋਂ ਸਾਧਿਆ ਜਾ ਰਿਹਾ ਹੈ। ਖੈਰ ਸੀਐਮ ਟੋਲ ਦਾ ਵੀ ਜ਼ਿਕਰ ਕਰਦੇ ਨਜ਼ਰ ਆਏ ਨੇ। ਬੀਤੇ ਦਿਨ ਮੁੱਖ ਮੰਤਰੀ ਮਾਨ ਦੇ ਵੱਲੋਂ ਹੁਸ਼ਿਆਰਪੁਰ ਲਾਚੋਵਾਲ ਟੋਲ ਪਲਾਜ਼ਾ ਨੂੰ ਫ੍ਰੀ ਕਰਵਾਇਆ ਗਿਆ, ਜਿਸ ਨੂੰ ਬੀਜੇਪੀ ਡਰਾਮਾ ਕਰਾਰ ਦੇ ਰਹੀ ਹੈ। ਭਗਵੰਤ ਮਾਨ ਜੀ ਹੁਸ਼ਿਆਰਪੁਰ ਦੇ ਅੰਦਰ ਇੱਕ ਟੋਲ ਪਲਾਜ਼ਾ ਬੰਦ ਕਰਾ ਕੇ ਉਹਦੀ ਪ੍ਰੈਸ ਕਾਨਫਰੰਸ ਕਰਦੇ ਪਏ ਨੇ। ਔਰ ਇਹ ਪੀਆਰ ਐਕਸਰਸਾਈਜ਼ ਕਾਹਦੇ ਲਈ ਕਰਦੇ ਪਏ ਨੇ ਕਿ ਜੇ ਅਸੀਂ ਪੰਜਾਬ ਦੇ ਲੋਕ ਪਰੇਸ਼ਾਨ ਨੇ ਇਸ ਕਰਕੇ ਟੋਲ ਪਲਾਜ਼ਾ ਬੰਦ ਕਰਾ ਦਿੱਤਾ, ਜਦੋਂ ਕਿ ਖੁਦ ਹੀ ਬੋਲੀ ਜਾ ਰਹੇ ਨੇ ਕਿ ਇਸ ਟੋਲ ਪਲਾਜ਼ਾ ਦੀ ਮਿਆਦ ਕੱਲ ਰਾਤ ਤੱਕ ਦੀ ਸੀ, ਅੱਜ ਇਹਦੀ ਮਿਆਦ ਖਤਮ ਹੋ ਗਈ ਆ। ਜਿਸ ਚੀਜ਼ ਦੀ ਮਿਆਦ ਹੀ ਖਤਮ ਹੋ ਗਈ ਉਸ ਦੀ ਫਿਰ ਪ੍ਰੈਸ ਕਾਨਫਰੰਸ ਕਰਕੇ ਨੋਟੰਕੀ ਕਰਨ ਦੀ ਕੀ ਲੋੜ ਆ? ਔਰ ਜੇ ਉਹਨੇ ਗਲਤ ਕੰਮ ਕੀਤਾ ਏ ਤੇ ਉਹਦੇ ਤੇ ਮੁਕੱਦਮਾ ਦਰਜ ਕਰਨਾ ਏ ਤੇ ਟੋਲ ਪਲਾਜ਼ਾ ਤੇ ਬੰਦ ਹੋ ਹੀ ਰਿਹਾ ਏ, ਫਿਰ ਵੀ ਪ੍ਰੈਸ ਕਰਨ ਦੀ ਕੀ ਲੋੜ ਸੀਗੀ? ਇੱਥੇ ਜਾ ਕੇ ਜਾਣਕਾਰੀ ਦਿੱਤੀ ਜਾ ਸਕਦੀ ਸੀ। ਜੇ ਬੰਦ ਹੀ ਕਰਨੇ ਨੇ ਉਹ ਬੰਦ ਕਰਾਓ। 13 ਟੋਲ ਪਲਾਜ਼ੇ ਪੰਜਾਬ ਸਰਕਾਰ ਦੇ ਨੇ, 13। ਭਗਵੰਤ ਮਾਨ ਜੀ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ ਏ, 13 ਟੋਲ ਪਲਾਜ਼ੇ ਪੰਜਾਬ ਸਰਕਾਰ ਦੇ ਨੇ। ਕਿਆ ਉਹ ਇਮਾਨਦਾਰੀ ਨਾਲ ਕੰਮ ਕਰਦੇ ਪਏ ਨੇ? ਪੰਜਾਬ ਦੇ ਲੋਕ ਪਰੇਸ਼ਾਨ ਨੇ ਟੋਲ ਪਲਾਜ਼ਾ ਤੋਂ, ਔਰ 32 ਟੋਲ ਪਲਾਜ਼ੇ ਨੈਸ਼ਨਲ ਹਾਈਵੇ ਅਥਾਰਟੀ ਦੇ ਨੇ। ਕਿਆ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ? ਇਹਦਾ ਮਤਲਬ ਤੁਸੀਂ 13 ਨੂੰ ਔਰ 32 ਨੂੰ ਖੁਦ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਹੇ ਜੇ, ਕਿਉਂਕਿ ਉਹ ਤੁਸੀਂ ਬੰਦ ਨਹੀਂ ਕਰਾ ਰਹੇ। ਤੇ ਜਿਹਦੀ ਮਿਆਦ ਖਤਮ ਹੋ ਚੁੱਕੀ ਆ ਉਹਨੂੰ ਕਹ ਰਹੇ ਮੈਂ ਬੰਦ ਕਰਾ ਦਿੱਤਾ, ਜਿਹਨੇ ਅੱਜ ਬੰਦ ਹੀ ਹੋਣਾ ਸੀ ਉਹ ਮੈਂ ਬੰਦ ਕਰਾ। ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਵੀ ਇਸ ਸਮੇਂ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਤੇ ਬੀਜੇਪੀ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧ ਰਹੀ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਫਰਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਪੰਕਜ ਮੀਨੂ ਮਲਹੋਤਰਾ ਨੇ ਸਰੈਂਡਰ ਕਰ ਦਿੱਤਾ। ਤੇ ਮੀਨੂ ਮਲਹੋਤਰਾ ਸ਼ੁੱਕਰਵਾਰ ਸਵੇਰੇ ਵਿਜੀਲੈਂਸ ਦੇ ਦਫ਼ਤਰ ਪਹੁੰਚੇ ਅਤੇ ਸਰੈਂਡਰ ਕਰ ਦਿੱਤਾ। ਕਿਹਾ ਗਿਆ ਹੈ ਕਿ ਵਿਜੀਲੈਂਸ ਮੀਨੂ ਮਲਹੋਤਰਾ ਤੋਂ ਪੁੱਛਗਿੱਛ ਕਰਨ ਦੇ ਵਿੱਚ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਉਸ ਨੂੰ ਭਗੌੜਾ ਕਰਾਰ ਦੇਣ ਦੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਵਿਜੀਲੈਂਸ ਦੇ ਅੱਗੇ ਪੇਸ਼ ਹੋਣ ਦੇ ਲਈ 25 ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਕਿਉਂਕਿ ਸਾਡੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਸੀਗੀਆਂ, ਰੇਡ ਕਰ ਰਹੇ ਸੀ ਔਰ 23/11 ਵਾਸਤੇ 23/12 ਵਾਸਤੇ ਇਹਨਾਂ ਤੇ ਵਾਰੰਟ ਵੀ ਜਾਰੀ, ਇਸ਼ਤਿਹਾਰ ਜਾਰੀ ਹੋਏ ਸੀਗੇ ਔਰ 23/12 ਨੂੰ ਇਹਨਾਂ ਨੇ ਪੀਓ ਬਣਨਾ ਸੀਗਾ ਇੰਦੀ ਔਰ ਮੀਨੂ ਨੇ। ਤੇ ਉਹ ਮੈਨੂੰ ਪੰਕਜ ਮਲਹੋਤਰਾ ਮੀਨੂ ਮਲਹੋਤਰਾ ਇਹ ਅੱਜ ਇਹਨਾਂ ਨੇ ਸਰੈਂਡਰ ਕਰਤਾ ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ। ਆਫਟਰ ਪੁੱਛਗਿੱਛ ਤੋਂ ਬਾਅਦ ਕੱਲ ਅਸੀਂ ਕੋਰਟ 'ਚ ਪੇਸ਼ ਕਰਾਂਗੇ। ਸਾਬਕਾ ਮੰਤਰੀ ਦਾ ਪੀਏ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ 'ਚ ਫਰਾਰ ਚੱਲ ਰਿਹਾ ਸੀ। ਇਲਜ਼ਾਮ ਨੇ ਕਿ ਉਸਨੇ ਕਥਿਤ ਤੌਰ ਤੇ ਘੁਟਾਲੇ ਦੇ ਪੈਸਿਆਂ ਦੇ ਨਾਲ ਜਾਇਦਾਦ ਖਰੀਦੀ ਅਤੇ ਘੁਟਾਲਾ ਮਾਮਲੇ 'ਚ ਸਾਬਕਾ ਮੰਤਰੀ ਆਸ਼ੂ, ਡਿਪਟੀ ਡਾਇਰੈਕਟਰ ਸੁਰੇਸ਼ ਸਿੰਗਲਾ ਅਤੇ ਠੇਕੇਦਾਰ ਦੇ ਵਿਚਾਲੇ ਸਹਿਯੋਗੀ ਦਾ ਕੰਮ ਕੀਤਾ ਸੀ। ਫਿਲਹਾਲ ਵਿਜੀਲੈਂਸ ਨੂੰ ਪੀਏ ਪੰਕਜ ਮੀਨੂ ਮਲਹੋਤਰਾ ਤੋਂ ਵੱਡੇ ਖੁਲਾਸਿਆਂ ਦੀ ਵੀ ਉਮੀਦ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਜੇਕਰ ਪਟਿਆਲਾ ਜਾਂ ਪਟਿਆਲਾ ਦੇ ਨੇੜੇ ਦੇ ਇਲਾਕੇ ਦੇ ਵਿੱਚੋਂ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਬਹੁਤ ਧਿਆਨ ਨਾਲ ਇਹਨਾਂ ਮੋਟਰਸਾਈਕਲਾਂ ਨੂੰ ਦੇਖਣਾ। ਤੇ ਮਾਨਸਾ ਪੁਲਿਸ ਨੇ ਇੱਕ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਪਟਿਆਲਾ ਤੋਂ ਮੋਟਰਸਾਈਕਲ ਚੋਰੀ ਕਰਕੇ ਮਾਨਸਾ 'ਚ ਵੇਚਦਾ ਸੀ ਤੇ ਪੁਲਿਸ ਨੂੰ ਗਿਰੋਹ ਦੇ 2 ਮੈਂਬਰਾਂ ਸਣੇ 6 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਨੇ। ਹਾਲਾਂਕਿ ਚੋਰਾਂ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ। ਉਹ ਮੋਟਰਸਾਈਕਲ ਨੂੰ ਫੜਨ ਲਈ 2 ਬੰਦੇ ਕਾਬੂ ਕੀਤੇ ਤੇ ਇਹਨਾਂ ਦੇ ਨਾਲ ਦਾ ਇੱਕ ਤੀਜਾ ਬੰਦਾ ਹੈਗਾ ਆ ਜਿਹੜਾ ਸਾਜਨ ਸਿੰਘ, ਉਹ ਪਟਿਆਲੇ ਦਾ ਰਹਿਣ ਵਾਲਾ, ਉਹ ਹਾਲੇ ਸਾਡੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਤੇ ਇਹਨਾਂ ਤੋਂ 7 ਮੋਟਰਸਾਈਕਲ ਰਿਕਵਰ ਹੋਏ ਆ, 6 ਅਸੀਂ ਰਿਕਵਰ ਕਰ ਲਏ, 7ਵਾਂ ਇਹਨਾਂ ਨੇ ਰਿਕਵਰ ਕਰ ਲੈਣਾ। ਇਹਨਾਂ ਨੇ ਦੱਸ ਦਿੱਤਾ ਪੁੱਛਗਿੱਛ ਵੀ ਅਸੀਂ ਇੱਕ ਹੋਰ ਵਿੱਚ ਰੱਖੀ। ਤੇ ਜਿਹੜਾ ਸਾਜਨ ਸਿੰਘ ਹੈ ਉਹਨੂੰ ਫੜਨ ਦੇ ਲਈ ਵੀ ਪੂਰੇ ਯਤਨ ਕੀਤੇ ਜਾ ਰਹੇ ਨੇ। ਜਿਵੇਂ ਸਾਜਨ ਸਿੰਘ ਕਾਬੂ ਆਉਂਦਾ ਤੇ ਪੁਲਿਸ ਨੂੰ ਉਮੀਦ ਹੈ ਵੀ ਹੋਰ ਵੀ ਮੋਟਰਸਾਈਕਲ। ਦੂਜੇ ਪਾਸੇ ਗ੍ਰਿਫਤਾਰ ਕੀਤੇ ਮੁਲਜ਼ਮ ਨੇ ਵੀ ਆਪਣਾ ਜੁਰਮ ਕਬੂਲ ਕੀਤਾ ਹੈ। ਮੈਂ ਪਟਿਆਲੇ ਰਹਿੰਦਾ ਸੀਗਾ ਜੀ, ਮੇਰੀ ਭੂਆ ਦਾ ਮੁੰਡਾ ਇਹੋ ਜਿਹੇ ਕੰਮ ਕਰਦਾ ਸੀ ਪਟਿਆਲੇ ਤੋਂ ਹੀ, ਸਾਜਨ ਜੀ। ਉਹੀ ਚੱਕ ਦਿੰਦਾ ਜੀ ਸਾਨੂੰ ਸਾਜਨ ਜੀ। ਸਾਡਾ ਇਹ ਬੇਕਸੂਰ ਹੈ ਜੀ, ਅਸੀਂ ਚੱਕਿਆ ਜੀ ਮੋਟਰਸਾਈਕਲ। ਇੱਥੇ ਲਿਆਤੇ ਸੀ ਇਕੱਲੇ ਮੋਟਰਸਾਈਕਲ ਪਟਿਆਲੇ, ਇੱਥੇ ਮਾਨ ਸੀ ਜੀ। ਅਸੀਂ ਲੈਤੇ ਸੀ ਉਹਨਾਂ ਤੋਂ, ਮੁੱਲ ਲੈਤੇ ਸੀ। ਅੱਗੇ ਵੀ ਵੇਚੇ ਨੇ ਮੋਟਰਸਾਈਕਲ? ਅੱਗੇ ਨਹੀਂ ਵੇਚੇ ਜੀ, ਅਸੀਂ ਰੱਖੇ ਨੇ ਜੀ। ਪੁਲਿਸ ਨੂੰ ਇਸ ਗਿਰੋਹ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਨਾਕੇ ਤੇ ਚੋਰ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਸ ਰੈਕਟ ਦੀਆਂ ਹੋਰ ਪਰਤਾਂ ਵੀ ਖੁੱਲ੍ਹਦੀਆਂ ਗਈਆਂ। ਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ, ਪਰ ਉਮੀਦ ਹੈ ਕਿ ਜਿਹੜੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਸੀ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਆਪਣਾ ਮੋਟਰਸਾਈਕਲ ਜਲਦ ਤੇ ਜ਼ਰੂਰ ਮਿਲ ਜਾਏਗਾ। ਅਗਲੀ ਖਬਰ ਰੁਕ ਕਰਦੇ ਹਾਂ ਤੇ ਅਗਲੀ ਖਬਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜੀ ਹੋਈ ਹੈ ਤੇ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਅਸੁਰੱਖਿਅਤ ਨੇ?
ਬਠਿੰਡਾ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਘਰਾਂ ਨੂੰ ਤਾਲੇ ਲਗਾ ਦਿੱਤੇ ਨੇ ਤੇ ਘਰਾਂ ਨੂੰ ਤਾਲੇ ਲਗਾ ਕੇ ਐਸਐਸਪੀ ਨੂੰ ਚਾਬੀਆਂ ਸੌਂਪ ਦਿੱਤੀਆਂ। ਐਸਐਸਪੀ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਤੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ। ਇਹ ਪ੍ਰਵਾਸੀ ਮਜ਼ਦੂਰ ਕਹਿੰਦੇ ਹੋਏ ਨਜ਼ਰ ਆਏ। ਪ੍ਰਵਾਸੀ ਮਜ਼ਦੂਰਾਂ ਨੇ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਸਾਡੇ ਇੱਕ ਸਾਥੀ ਦੀ ਕੁਝ ਦਿਨ ਪਹਿਲਾਂ ਕੁੱਟਮਾਰ ਹੋਈ ਸੀ। ਪੁਲਿਸ ਨੇ ਅਜੇ ਤੱਕ ਕੋਈ ਕੇਸ ਦਰਜ ਉਸ ਮਾਮਲੇ 'ਚ ਨਹੀਂ ਕੀਤਾ। ਹਾਲਾਂਕਿ ਇਸ ਪੂਰੇ ਮਾਮਲੇ 'ਚ ਐਸਐਸਪੀ ਦਾ ਤਰਕ ਹੈ ਕਿ ਉਹਨਾਂ ਦੇ ਵੱਲੋਂ ਪੂਰੀ ਕਾਰਵਾਈ ਕੀਤੀ ਗਈ ਹੈ। ਬੇਵਜ੍ਹਾ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ ਹੈ। ਬਠਿੰਡਾ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਵਾਸੀ ਮਜ਼ਦੂਰ ਇਕੱਠੇ ਹੋਏ ਨੇ ਤੇ ਕਹਿ ਰਹੇ ਨੇ ਕਿ ਪੰਜਾਬ ਸਾਡੇ ਲਈ ਸੇਫ ਨਹੀਂ ਹੈ ਔਰ ਜਿਹੜੀਆਂ ਚਾਬੀਆਂ ਸੀ ਘਰਾਂ ਦੀਆਂ ਉਹ ਐਸਐਸਪੀ ਨੂੰ ਸੌਂਪ ਦਿੱਤੀਆਂ ਨੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਇਹ ਪਰਿਵਾਰਾਂ ਦੇ ਮੁਖੀ ਪਹੁੰਚੇ ਨੇ ਔਰ ਹੱਥਾਂ ਦੇ ਵਿੱਚ ਚਾਬੀਆਂ ਨੇ ਇਹਨਾਂ ਦੀਆਂ ਨਜ਼ਰ ਆ ਰਹੀਆਂ ਨੇ। ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਸੇਫ ਨਹੀਂ ਹਾਂ, ਸਾਡੀ ਸੇਫਟੀ ਨਹੀਂ ਲੈ ਰਹੀ ਸਰਕਾਰ, ਤਾਂ ਕਰਕੇ ਪੁਲਿਸ ਸਾਨੂੰ ਸੁਰੱਖਿਆ ਨਹੀਂ ਦੇ ਰਹੀ। ਹਾਲਾਂਕਿ ਪੁਰਾਣਾ ਇੱਕ ਮਾਮਲਾ ਹੋਇਆ ਸੀ ਕੁੱਟਮਾਰ ਦਾ, ਉਸ ਦੇ ਵਿੱਚ ਪੁਲਿਸ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰ ਦਿੱਤੀ ਹੈ, ਪਰ ਇਹ ਲੋਕ ਕਹਿੰਦੇ ਕੋਈ ਕਾਰਵਾਈ नहीं हुई है। इन्हों के लीडर ने ਜਿਹੜੇ आए हुए इन्होंने ऐसे ऐलान करके आया है जो इनकी ओरिजिनल कंप्लेंट है पिछले 10-15 दिन के पहले इन्हों की प्रताप नगर के मोहल्ला के एक लेडी और इनकी घर वाला का आपस में मैट्रीमोनियल डिस्प्यूट चल रहा है और डिस्प्यूट के कारण करके लेडी ने अपने ब्रदर को बुलाया घर पर। उत्ते इन्हों की आपस में फैमिली के डिस्प्यूट होया, लड़ाई झगड़ा हो गई सी। ये जो मोहल्ला वाले हैं लड़ाई में छड़ाने के लिए उठे गए हैं। जो लेडी की ब्रदर आया अबोर से इन्होंने भी थोड़ा गाली गलौज करके वो तो मौका तो चले गए हैं उसकी। लेकिन इन्होंने सानू कंप्लेंट दी है। इस कंप्लेंट के ऊपर लोकल पुलिस ने लेडी के खिलाफ और लेडी के ब्रदर के खिलाफ ऑलरेडी प्रिवेंटिव एक्शन ले चुके हैं। बाकी मैटर अभी विचाराधीन है। आज इन्होंने संगठन ने वैसे ही सानू मिलने के लिए आए हैं, अपने रोज बताने के लिए आए हैं। बाकी आज का कोई गल नहीं है। तो मामला गंभीरता जरूर नजर आता है कि पुलिस के वालों कार्रवाई नहीं की गई। हालांकि एसएसपी दावा कर रहे हैं कि कार्रवाई तो मुकम्मल तौर के उत्ते की गई है। अगली खबर का रुख करते हैं। खबर है फाजिलका तो। फाजिलका दे विच आम आदमी पार्टी के विधायक का घेराव होया है। जी हाँ, दुकानदारों के वालों एमएलए नरिंदरपाल सिंह का घेराव किया गया। तो दस दिए कि इलाके दे विच हो रही हुल्लड़बाजी तो ये दुकानदार परेशान ने ते ये भी दुकानदार इल्जाम लगा रहे हैं कि विधायक साहब के नाम के उत्ते ही कुछ शरारती अंसर हुल्लड़बाजी करते हैं। एमएलए ने मौके ते ही पुलिस को कार्रवाई करने के आदेश भी दे दिते। गड्डी दे विच पहुंचे सी दुकानदार इकट्ठे हो गए तो एक तरीके नाल घेराव कर लिया गया। अपनी समस्या विधायक साहब को पहुंचाई गई। खैर फाजिलका तो आम आदमी पार्टी के विधायक ने मालवा का तकरीबन पूरा ही आम आदमी पार्टी जित हासिल करने विच कामयाब रही सी। सिर्फ 3 सीटां नूं छड्ड के तां फाजिलका दे विच भी जित हासिल हुई सी और फाजिलका दे विच आम आदमी पार्टी के विधायक का घेराव किया गया। दुकानदार परेशान ने कि हुल्लड़बाजी हुंदी है। सवाल ही है कि जेकर हुल्लड़बाजी हुंदी होएगी तां फिर दुकान दे उत्ते गाहक आउणा मुश्किल हो जाता। खास तौर पर जिहड़े महिला गाहक हुंदियां ने ऐसे इलाके च भी जाण तो किते ना किते परहेज करदियां ने कि जिथे इस तरीके के कोई हुल्लड़बाज या कोई शरारती अंसर होण तां उसका इंपैक्ट है, जिहड़ा असर है ਉਹ ਜ਼ਰੂਰ ਦੁਕਾਨਦਾਰਾਂ ਦੇ ਬਿਜ਼ਨਸ ਦੇ ਉੱਤੇ ਪੈ ਰਿਹਾ ਹੋਏਗਾ। ਖੈਰ ਵਿਧਾਇਕ ਸਾਹਿਬ ਨੇ ਫੌਰੀ ਤੌਰ ਦੇ ਉੱਤੇ ਜ਼ਰੂਰ ਕਿਹਾ ਕਿ ਇਸ ਪੂਰੇ ਮਾਮਲੇ 'ਚ ਕਾਰਵਾਈ ਕੀਤੀ ਜਾਵੇ। ਆਦੇਸ਼ ਦਿੱਤੇ ਪੁਲਿਸ। ਪਾਪਾ ਜੀ ਇਹ ਮਾਰ ਕੇ ਨਾ ਮੋੜ ਕੇ ਬਾਈਕ ਤੇ ਮੈਂ ਤੁਹਾਡੇ ਧਿਆਨ ਜਿਸ ਕਰਕੇ ਲਿਆ ਰਿਹਾ ਅੱਜ ਜਦੋਂ ਮੈਨੂੰ ਕਾਬੂ ਆ ਗਿਆ ਮੈਂ ਤੇ ਰਿਕਸ਼ਾ ਬਣ ਕੇ ਕਹਿੰਦਾ ਉਹਨੂੰ ਪਕੜਾ ਜੀ ਉਹ ਬਾਅਦ ਵਿੱਚ ਪਤਾ ਬਹੁਤ ਨਿਆਇ ਕਰਕੇ ਬਹੁਤ ਜ਼ਿਆਦਾ ਲਾ ਜੀ ਮੈਂ ਐਮਐਲਏ ਸਾਹਿਬ ਦਾ ਬੰਦਾ ਮੈਂ ਐਮਐਲਏ ਜਿਹੜਾ ਕੋਈ ਗੱਲ ਹੁੰਦੀ ਕਹਿੰਦਾ ਮੈਨੂੰ ਐਮਐਲਏ ਨੂੰ ਖਿਲਾਫ ਹੈ। ਮੁੰਡੀ ਰਹੀ ਹੈ ਮੁੰਡੀ ਬੜਾ ਤੰਗ ਸੀ ਗੜੀ। ਮੈਂ ਤੁਹਾਡੇ ਧਿਆਨ ਤਾਂ ਨੌਲੇਜ ਲਿਆ ਰਿਹਾ ਜੀ। ਅਸੀਂ ਅੱਜ ਤੋਂ ਇਹ ਅਭਿਆਨ ਸ਼ੁਰੂ ਕਰ ਰਹੇ ਹਾਂ। ਇੱਥੇ ਅਸੀਂ ਰਿਕਸ਼ਾ ਬੰਨ ਲੈਣਾ ਫੜ ਕੇ ਆਉਣਾ ਜੀ 4 ਬਾਈ ਮਤਲਬ ਇਹ ਨਾ ਕਿ ਮੇਰਾ ਬੰਦਾ ਇਹਨੂੰ ਛੱਡ ਦਿਓ। ਇਹ ਬੱਚੇ ਮੇਰੇ ਬਜ਼ੁਰਗ ਸ਼ਾਸਤਰੀ ਚੌਕ ਜਿਵੇਂ ਭਾਈ ਸਾਹਿਬ ਨੇ ਦੱਸਿਆ ਕੋਈ ਸ਼ਾਮ ਨੂੰ ਮੰਡੀ ਜੋ ਕੋਈ ਨੌਜਵਾਨ ਨੇ ਉਹ ਇੱਥੇ ਆ ਕੇ ਹੁੱਲੜਬਾਜੀ ਕਰਦੇ ਨੇ। ਹੁਣੇ ਮੈਂ ਐਸਐਚਓ ਨੂੰ ਫੋਨ ਕੀਤਾ ਸਿਟੀ ਨੂੰ ਕਿ ਜੋ ਵੀ ਇੱਥੇ ਹੁੱਲੜਬਾਜੀ ਕਰਦਾ ਹੈ ਉਹਨਾਂ ਸਾਰਿਆਂ ਨੂੰ ਫੜ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਜਿੰਨੇ ਵੀ ਇੱਥੇ ਰੋਡ ਹੈ ਗਊਸ਼ਾਲਾ ਰੋਡ ਹੈ ਸ਼ਾਸਤਰੀ ਚੌਕ ਹੈ ਪਹਿਲਾਂ ਵੀ ਪੁਲਿਸ ਇੱਥੇ ਪੂਰਾ ਵਧੀਆ ਕੰਮ ਕਰ ਰਹੀ ਸੀ। ਹੁਣ ਦੁਬਾਰਾ ਫਿਰ ਅੱਜ ਮੈਂ ਉਹਨਾਂ ਨੂੰ ਸਟ੍ਰਿਕਟਲੀ ਐਸਐਚਓ ਸਿਟੀ ਜਿਹੜੇ ਸਾਡੇ ਨੇ ਉਹਨਾਂ ਨੂੰ ਫੋਨ ਕੀਤਾ। ਗਊਸ਼ਾਲਾ ਰੋਡ ਸ਼ਾਸਤਰੀ ਚੌਂਕ ਜਿਹੜੇ ਵੀ ਮੇਨ ਬਾਜ਼ਾਰ ਨੇ ਸਾਰਿਆਂ ਦੇ ਵਿੱਚ ਮੁਲਾਜ਼ਮ
ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਲੁਧਿਆਣਾ ਦੇ ਕੋਹਾੜ ਇਲਾਕੇ ਦੇ ਵਿੱਚ ਸਿਲੰਡਰ ਫਟਣ ਦੀ ਵਜ੍ਹਾ ਦੇ ਨਾਲ ਹੋਏ ਧਮਾਕਿਆਂ ਦੌਰਾਨ 2 ਲੋਕ ਝੁਲਸ ਗਏ ਤੇ ਸਿਲੰਡਰ ਫਟਣ ਕਾਰਨ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ। ਅੱਗ ਦੀਆਂ ਲਪਟਾਂ ਆਸਮਾਨ ਦੇ ਨਾਲ ਜਾ ਲੱਗੀਆਂ ਤੇ ਧੂਏ ਦਾ ਗੁਬਾਰ ਹਰ ਪਾਸੇ ਫੈਲ ਗਿਆ। ਹਫੜਾ ਦਫੜੀ ਦਾ ਮਾਹੌਲ ਹਰ ਪਾਸੇ ਸੀ। ਅੱਗ ਇੰਨੀ ਭਿਆਨਕ ਸੀ ਕਿ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। 2 ਲੋਕ ਤਾਂ ਜਿਉਂਦੇ ਜੀ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦਰਅਸਲ ਇਲਜ਼ਾਮ ਨੇ ਕਿ ਘਟਨਾ ਵਾਲੀ ਥਾਂ ਦੇ ਉੱਤੇ ਇੱਕ ਦੁਕਾਨਦਾਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਿਲੰਡਰਾਂ ਦੇ ਵਿੱਚ ਗੈਸ ਭਰਨ ਦਾ ਕੰਮ ਕਰਦਾ ਸੀ ਤੇ ਇਹ ਹਾਦਸਾ ਸਿਲੰਡਰ ਦੇ ਵਿੱਚ ਗੈਸ ਭਰਨ ਵੇਲੇ ਵਾਪਰਿਆ। ਹਾਲਾਂਕਿ ਫਾਇਰ ਬ੍ਰਿਗੇਡ ਨੇ ਬਹੁਤ ਮੁਸ਼ੱਕਤ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਖਬਰ ਹੈ ਪਟਿਆਲਾ ਤੋਂ। ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਦੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਔਰ ਇਸ ਦਰਦਨਾਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਹੋਈ। ਤੇ ਛੱਤ ਦੇ ਹੇਠਾਂ ਆਉਣ ਦੀ ਵਜ੍ਹਾ ਦੇ ਨਾਲ 24 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹਾਦਸੇ ਦੀ ਵਜ੍ਹਾ ਬਣਿਆ ਘਰ ਦੇ ਕੋਲ ਬਣ ਰਿਹਾ ਨਵਾਂ ਘਰ। ਗੁਆਂਢੀਆਂ ਨੇ ਨਵਾਂ ਘਰ ਬਣਾਉਣ ਦੇ ਲਈ ਨੀਹਾਂ ਪੁੱਟੀਆਂ ਤੇ ਨਾਲ ਵਾਲੇ ਮਕਾਨ ਦੀਆਂ ਸਪੋਰਟਾਂ ਹਿੱਲ ਗਈਆਂ। ਤੇ ਘਟਨਾ ਤੋਂ ਬਾਅਦ ਹਲਕਾ ਵਿਧਾਇਕ ਡਾਕਟਰ ਬਲਬੀਰ ਸਿੰਘ ਮੌਕੇ ਦੇ ਉੱਤੇ ਪਹੁੰਚੇ ਅਤੇ ਉਹਨਾਂ ਇਸ ਨੂੰ ਹਾਦਸਾ ਨਹੀਂ ਸਗੋਂ ਨਵੇਂ ਬਣ ਰਹੇ ਮਕਾਨ ਮਾਲਕਾਂ ਦੀ ਲਾਪਰਵਾਹੀ ਦੱਸਿਆ। ਹਿਊਮਨ ਐਰਰ ਹੈ 100% ਇਹ ਮਤਲਬ ਜਿਹੜੀ ਹੈਗੀ ਹੈ ਇੱਕ ਤਾਂ ਹੁੰਦਾ ਨਾ ਵੀ ਕੁਦਰਤੀ ਪਾਣਾ ਵਰਤ ਗਿਆ, ਇਹ ਕੁਦਰਤੀ ਪਾਣਾ ਨਹੀਂ ਹੈ, ਇਹ ਹਿਊਮਨ ਐਰਰ ਹੈ ਇਹਦੇ 'ਚ। ਔਰ ਮੈਂ ਪ੍ਰਸ਼ਾਸਨ ਨਾਲ ਗੱਲ ਕਰਕੇ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਜੋ ਵੀ ਕੰਪਨਸੇਸ਼ਨ ਦਵਾ ਸਕਦੇ ਹਾਂ ਉਹਨਾਂ ਨੂੰ ਕੰਪਨਸੇਸ਼ਨ ਦਵਾਉਂਦੇ ਹਾਂ। ਘਟਨਾ ਸਵੇਰੇ ਕਰੀਬ 4 ਵਜੇ ਦੀ ਹੈ ਜਦੋਂ ਨੌਜਵਾਨ ਸੌਂ ਰਿਹਾ ਸੀ। ਅਚਾਨਕ ਛੱਤ ਹੇਠਾਂ ਡਿੱਗੀ ਤੇ ਜਦੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਖੈਰ ਜਦੋਂ ਕੋਈ ਆਪਣਾ ਘਰ ਨਵਾਂ ਬਣਵਾ ਰਿਹਾ ਹੋਵੇ ਚਾਹ ਤਾਂ ਬਹੁਤ ਚੜਿਆ ਹੁੰਦਾ ਹੈ, ਪਰ ਦੂਜਾ ਜਿਹੜਾ ਨਾਲ ਦਾ ਘਰ ਹੈ ਉਸ ਦੀਆਂ ਨੀਹਾਂ ਨਾ ਹਿਲ ਜਾਣ, ਉਹ ਧਿਆਨ ਨਾ ਰੱਖਿਆ ਜਾਵੇ ਤਾਂ ਦਿੱਕਤ ਹੈ। ਖੈਰ ਜਦੋਂ ਇੱਕ ਨੌਜਵਾਨ ਕਿਸੇ ਦੀ ਅਣਗਹਿਲੀ ਦੀ ਵਜ੍ਹਾ ਦੇ ਨਾਲ ਇਸ ਦੁਨੀਆ ਤੋਂ ਚਲਿਆ ਜਾਵੇ ਫਿਰ ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਵੇਗੀ ਪੰਜਾਬ ਦੀਆਂ ਹਰ ਇੱਕ ਛੋਟੀ ਵੱਡੀ ਅਹਿਮ ਖਬਰਾਂ ਦੇ ਨਾਲ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ।